So good afternoon, student. Last time ਜਦੋਂ ਆਪਾਂ class discuss ਕੀਤਾ ਸੀ, we have already discussed what is a research, then research ਦੀਆਂ characteristics ਕੀ ਨੇ, research ਨਾਲ related terms ਕੀ ਨੇ, and in the second class we have learned about the scientific method of research, ਕਿਸ ਤਰ੍ਹਾਂ research ਦੇ ਅਲੱਗ-ਅਲੱਗ ways use ਹੁੰਦੇ ਸੀ in history ਜਾਂ previous practices ਕੀ ਸੀ। ਤੇ ਅੱਜ ਕੱਲ ਦੇ ਟਾਈਮ ਦੇ ਵਿੱਚ ਜੋ ਸਾਇੰਟਿਫਿਕ ਮੈਥਡ ਯੂਜ਼ ਕੀਤਾ ਜਾਂਦਾ, we have discussed in detail about the scientific method, definitions, characteristics and steps of scientific method. Now coming to the next topic, our main topic of today's class is educational research. It is an important part of your M.Ed syllabus. ਸੋ ਜਿਸ ਤਰ੍ਹਾਂ ਆਪਣੀਆਂ ਇਨੀਸ਼ੀਅਲ ਕਲਾਸਿਸ ਨੇ, ਆਪਾਂ ਬਹੁਤ ਡੀਪ ਡਿਸਕਸ ਨਹੀਂ ਕਰ ਰਹੇ ਕਲਾਸਿਸ ਦੇ ਵਿੱਚ, ਅਜੇ ਆਪਾਂ ਸਿਰਫ ਸਰਫੇਸ ਲੈਵਲ ਦੇ ਉੱਪਰ ਕਿ ਕਨਸੈਪਟ ਤੁਹਾਨੂੰ ਇੱਕ ਵਾਰ ਡਿਸਕਸ ਹੋ ਜਾਵੇ। ਜਿਵੇਂ ਜਿਵੇਂ ਆਪਣੀਆਂ ਕਲਾਸਿਸ ਡਿਟੇਲ 'ਚ ਹੁੰਦੀਆਂ ਜਾਣਗੀਆਂ ਨੈਕਸਟ ਟੌਪਿਕਸ ਦੇ ਉੱਪਰ, ਫਿਰ ਆਪਾਂ ਇਹਦੀ ਹੋਰ ਡਿਟੇਲ ਵੀ ਅੱਗੇ ਡਿਸਕਸ ਕਰਦੇ ਜਾਵਾਂਗੇ। ਆਪਾਂ ਪ੍ਰੀਵੀਅਸ ਕਲਾਸਿਸ 'ਚ ਪੜ੍ਹ ਕੇ ਆਏ ਹਾਂ ਕਿ ਐਜੂਕੇਸ਼ਨਲ ਰਿਸਰਚ ਹੁੰਦੀ ਕੀ ਹੈ ਜਾਂ ਸਿੰਪਲ ਰਿਸਰਚ ਕੀ ਹੁੰਦੀ ਹੈ। ਐਜੂਕੇਸ਼ਨ ਰਿਸਰਚ ਬਾਰੇ ਇਨ ਡਿਟੇਲ ਆਪਾਂ ਨਹੀਂ ਡਿਸਕਸ ਕੀਤਾ, ਲੇਕਿਨ ਆਪਾਂ ਰਿਸਰਚ ਬਾਰੇ ਹੁਣ ਤੱਕ ਪੜ੍ਹ ਚੁੱਕੇ ਹਾਂ, ਜਿਹਦੇ ਵਿੱਚ ਤੁਸੀਂ ਇਹ ਪੜ੍ਹਿਆ ਕਿ ਰਿਸਰਚ ਕੀ ਹੁੰਦੀ ਹੈ, ਕਿਸੇ ਨਾ ਕਿਸੇ ਪ੍ਰੋਬਲਮ ਦੇ ਆਲੇ ਦੁਆਲੇ ਘੁੰਮਦੀ ਹੈ। ਉਹ ਜੋ ਪੁਰਾਣੀਆਂ ਕਲਾਸਿਸ ਸੀ ਉਹਦੇ ਵਿੱਚੋਂ ਜੇ ਮੈਂ ਸਮਰੀ ਕਰਾਂ ਤਾਂ ਬੇਸਿਕਲੀ ਰਿਸਰਚ ਹੈਜ਼ ਥੀਸ 5-6 ਐਲੀਮੈਂਟਸ ਜੋ ਤੁਹਾਡੇ ਸਾਹਮਣੇ ਸਕਰੀਨ ਤੇ ਨਜ਼ਰ ਆ ਰਹੇ ਨੇ। ਰਿਸਰਚ ਦੇ ਵਿੱਚ ਕੀ ਹੋਏਗਾ? ਸਭ ਤੋਂ ਪਹਿਲੀ ਗੱਲ, ਕੋਈ ਨਾ ਕੋਈ ਪ੍ਰੋਬਲਮ ਹੋਏਗੀ। ਰਿਸਰਚ ਅਸੀਂ ਕਿਉਂ ਕਰ ਰਹੇ ਹਾਂ? ਇਟ ਮੀਨਸ ਵੀ ਵਾਂਟ ਟੂ ਰਿਜ਼ੋਲਵ ਔਰ ਸੋਲਵ ਅ ਪ੍ਰੋਬਲਮ। ਅਸੀਂ ਕਿਸੇ ਪ੍ਰੋਬਲਮ ਦਾ ਸੋਲੂਸ਼ਨ ਚਾਹੁੰਦੇ ਹਾਂ, ਤਾਂ ਹੀ ਸਾਨੂੰ ਰਿਸਰਚ ਕਰਨ ਦੀ ਲੋੜ ਹੈ। ਸੋ ਜਿੰਨਾ ਚਿਰ ਸਾਡੇ ਸਾਹਮਣੇ ਪ੍ਰੋਬਲਮ ਨਹੀਂ ਹੋਏਗੀ, ਉਹਨਾਂ ਚਿਰ ਰਿਸਰਚ ਦੀ ਸ਼ੁਰੂਆਤ ਨਹੀਂ ਹੋਏਗੀ। ਦਾ ਫਸਟ ਸਟੈਪ ਟੂ ਕੰਡਕਟ ਰਿਸਰਚ ਇਜ਼ ਅ ਪ੍ਰੋਬਲਮ। ਜਦੋਂ ਪ੍ਰੋਬਲਮ ਤੁਹਾਡੇ ਸਾਹਮਣੇ ਆ, ਤੁਹਾਨੂੰ ਕੋਈ ਨਾ ਕੋਈ ਐਕਟੀਵਿਟੀ ਕਰਨੀ ਪਏਗੀ ਟੂ ਸੋਲਵ ਦੈਟ ਪ੍ਰੋਬਲਮ। ਇਟ ਮੀਨਸ ਰਿਸਰਚ ਦੇ ਵਿੱਚ ਸੈਕੰਡ ਅਸੀਂ ਕਾਮਨ ਚੀਜ਼ ਕੀ ਪੜ੍ਹ ਕੇ ਆਏ ਕਿ ਰਿਸਰਚ ਦੇ ਵਿੱਚ ਕੋਈ ਨਾ ਕੋਈ ਐਕਟੀਵਿਟੀ ਜ਼ਰੂਰ ਹੁੰਦੀ ਹੈ। ਫਿਰ ਜਿਹੜੀ ਉਹ ਐਕਟੀਵਿਟੀ ਹੈ, ਦੈਟ ਐਕਟੀਵਿਟੀ ਸ਼ੁੱਡ ਬੀ ਸਿਸਟੇਮੈਟਿਕ। ਹੁਣ ਜੇ ਆਪਾਂ ਬਿਲਕੁਲ ਸਿੰਪਲ ਲੈਂਗੁਏਜ ਸਮਝੀਏ ਕਿ ਵਾਟ ਇਜ਼ ਸਿਸਟੇਮੈਟਿਕ। ਸਿਸਟੇਮੈਟਿਕ ਮੀਨਸ ਜਿਹਦਾ ਇੱਕ ਪ੍ਰੋਸੀਜਰ ਫੋਲੋ ਹੋਣਾ ਚਾਹੀਦਾ। ਹੁਣ ਮੰਨ ਲਓ ਸਵੇਰੇ ਸਵੇਰੇ ਤੁਸੀਂ ਕਾਲਜ ਆਉਣ ਲਈ ਰੈਡੀ ਹੁੰਦੇ ਹੋ। ਜਦੋਂ ਤੁਸੀਂ ਕਾਲਜ ਆਉਣ ਲਈ ਰੈਡੀ ਹੁੰਦੇ ਹੋ, ਯੂ ਆਲਸੋ ਫੋਲੋ ਅ ਸਿਸਟੇਮੈਟਿਕ ਪ੍ਰੋਸੈਸ। ਕੀ ਸਿਸਟੇਮੈਟਿਕ ਪ੍ਰੋਸੈਸ ਹੈ? ਸਵੇਰੇ ਬੈੱਡ ਤੋਂ ਉੱਠਣਾ, ਫਿਰ ਤੁਸੀਂ ਫਰੈਸ਼ ਹੋਣਾ, ਫਿਰ ਤੁਸੀਂ ਉਸ ਤੋਂ ਬਾਅਦ ਤਿਆਰ ਹੋਣਾ, ਫਿਰ ਬੱਸ ਲੈ ਕੇ ਜਾਂ ਆਪਣੇ ਵਹੀਕਲ ਤੇ ਕਾਲਜ ਤੱਕ ਆਉਣਾ। all these steps has a proper a systematic process। ਜੇ ਅਸੀਂ ਇਹ ਨਹੀਂ ਕਰ ਸਕਦੇ ਕਿ ਇੱਕ ਸਟੈਪ ਪਹਿਲਾਂ ਕਰ ਲਈਏ ਦੂਜਾ ਬਾਅਦ 'ਚ ਕਰ ਲਈਏ। ਸੋ ਕੋਈ ਵੀ ਐਕਟੀਵਿਟੀ ਲਓ ਤੁਹਾਡੀ ਲਾਈਫ ਦੀ, ਸਿੰਪਲ ਟੂ ਕੰਪਲੈਕਸ। ਜੇ ਤੁਸੀਂ ਗੱਡੀ ਡਰਾਈਵ ਕਰਕੇ ਆ ਰਹੇ ਹੋ ਜਾਂ ਐਕਟਿਵਾ ਡਰਾਈਵ ਕਰਕੇ ਆ ਰਹੇ ਹੋ, ਤਾਂ ਪਹਿਲਾਂ ਤੁਸੀਂ ਪਹਿਲਾ ਸਟੈਪ ਆਪਣੀ ਐਕਟਿਵਾ ਜਾਂ ਆਪਣੀ ਕਾਰ ਦੀ ਕੀ ਯੂਜ਼ ਕਰੋਗੇ, ਕੀ ਨਾਲ ਸਟਾਰਟ ਕਰੋਗੇ। ਸਟਾਰਟ ਕਰਨ ਤੋਂ ਬਾਅਦ ਕਲਚ ਯੂਜ਼ ਕਰੋਗੇ, ਦੈਨ ਉਹਦਾ ਐਕਸੀਲੇਟਰ ਯੂਜ਼ ਕਰੋਗੇ, ਗੇਅਰ ਯੂਜ਼ ਕਰੋਗੇ। ਈਚ ਐਂਡ ਐਵਰੀਥਿੰਗ ਫੋਲੋ ਅ ਸਟੈਪ। ਜੇ ਤੁਸੀਂ ਕਲਚ ਬਾਅਦ 'ਚ ਪ੍ਰੈਸ ਕਰੋ ਤੇ ਗੇਅਰ ਨੂੰ ਪਹਿਲਾਂ ਮੂਵ ਕਰ ਲਓ, ਯੂ ਨੋ ਦਾ ਰਿਜ਼ਲਟ। ਸੋ ਇਨ ਸਿੰਪਲ ਵੇ ਅਸੀਂ ਕੀ ਅੰਡਰਸਟੈਂਡ ਕਰ ਸਕਦੇ ਹਾਂ ਕਿ ਜਦੋਂ ਵੀ ਕੋਈ ਰਿਸਰਚ ਹੁੰਦੀ ਹੈ, ਰਿਸਰਚ ਆਲਵੇਜ਼ ਫੋਲੋ ਅ ਸਿਸਟੇਮੈਟਿਕ ਪ੍ਰੋਸੈਸ। ਮੈਂ 2-3 ਤੁਹਾਨੂੰ ਬਿਲਕੁਲ ਲਾਈਫ ਨਾਲ ਰਿਲੇਟਡ ਐਗਜ਼ਾਮਪਲ ਦਿੱਤੀਆਂ ਨੇ ਕਿ ਜਦੋਂ ਅਸੀਂ ਰੂਟੀਨ 'ਚ ਵੀ ਕੰਮ ਕਰਦੇ ਹਾਂ, ਜੇ ਅਸੀਂ ਉਹਨੂੰ ਅਨਸਿਸਟੇਮੈਟਿਕ ਕਰੀਏ, ਉਹਦੀ ਤਰਤੀਬ ਦੇ ਵਿੱਚ ਨਾ ਕਰੀਏ, ਦੈਨ ਵੀ ਵਿਲ ਫੇਸ ਸਮ ਪ੍ਰੋਬਲਮਸ। ਸੋ ਰਿਸਰਚ ਕੀ ਹੋਏਗੀ? ਰਿਸਰਚ ਵਿਲ ਆਲਵੇਜ਼ ਬੀ ਅ ਸਿਸਟੇਮੈਟਿਕ ਐਕਟੀਵਿਟੀ। ਦੈਨ ਸਾਇੰਟਿਫਿਕ, ਆਪਾਂ ਪਹਿਲਾਂ ਆਲਰੇਡੀ ਪ੍ਰੀਵੀਅਸ ਕਲਾਸਿਸ 'ਚ ਡਿਸਕਸ ਕਰ ਚੁੱਕੇ ਹਾਂ ਕਿ ਜਿਹੜੇ ਪੁਰਾਣੇ ਵੇ ਆਫ ਨੋਇੰਗ ਦਾ ਟਰੁਥ ਸੀ, these were the 5 basic component of research। then next point ਆ ਜਾਂਦਾ, what is educational research। ਹੁਣ ਅਸੀਂ ਰਿਸਰਚ ਬਾਰੇ ਤਾਂ ਕਾਮਨ ਪੜ੍ਹ ਲਿਆ, then what is the educational research। ਤੁਸੀਂ ਇਹ 3 ਲਾਈਨਸ ਪੜ੍ਹ ਕੇ ਦੇਖੋ ਕਿ research is a careful unbiased process to find out the reliable and valid solution of a problem in a systematic order by applying scientific methods। ਇਹਨਾਂ ਸਾਰੇ ਤਿੰਨੋਂ ਲਾਈਨਸ ਦੇ ਵਿੱਚ ਜੋ ਮੈਂ ਮੀਨਿੰਗ ਜਾਂ ਇਹਦਾ ਤੁਹਾਨੂੰ ਕਨਵੇ ਕਰਨ ਦੀ ਕੋਸ਼ਿਸ਼ ਕਰ ਰਿਹਾ, ਇਟ ਇਜ਼ ਬੇਸਿਕਲੀ ਮੈਂ ਇੱਕ ਸਟੇਟਮੈਂਟ ਫਾਰਮ ਤੁਹਾਡੇ ਸਾਹਮਣੇ ਪ੍ਰੈਜ਼ੈਂਟ ਕਰਤਾ ਜੋ ਆਪਾਂ ਲਾਸਟ ਸਲਾਈਡ ਤੇ ਡਿਸਕਸ ਕਰਕੇ ਆਏ ਹਾਂ। ਇਹ 5-6 ਕੰਪੋਨੈਂਟ ਨੂੰ ਮਿਲਾ ਕੇ ਮੈਂ ਕੀ ਬਣਾਤੀ ਹੈ? ਇੱਕ ਸਟੇਟਮੈਂਟ ਬਣਾਤੀ ਹੈ
कि एक अनबायस्ड प्रोसैस है जिहदे विच कोई बायसनैस नहीं हुंदी। कादे वास्ते करदे आ? किसी ना किसी सोल्यूशन नूं लभण वास्ते। वो सोल्यूशन की होना चाहिए? दैट सोल्यूशन शुड बी रिलायबल एंड वैलिड। वो लभण दा प्रोसैस की है? इट इज़ अ सिस्टमैटिक ऑर्डर है। ते मैथड किहड़ा यूज करदे आ? वी ऑलवेज ट्राई टू यूज साइंटिफिक मैथड। सो ये तो एक चीज़ क्लीयर हो गई है कि ਜਦੋਂ ਵੀ ਅਸੀਂ ਕਿਸੇ ਕਨਸੈਪਟ ਨੂੰ ਅੰਡਰਸਟੈਂਡ ਕਰਨਾ ਤਾਂ ਸਾਨੂੰ ਉਹਦੇ ਕੀ ਐਲੀਮੈਂਟਸ ਪਤਾ ਹੋਣੇ ਚਾਹੀਦੇ ਨੇ। ਜੇ ਕੀ ਐਲੀਮੈਂਟਸ ਪਤਾ ਨੇ ਤਾਂ ਉਹਦੇ ਬੇਸਿਸ ਤੇ ਅਸੀਂ ਉਹਦੀ ਸਟੇਟਮੈਂਟ ਵੀ ਬਣਾ ਸਕਦੇ ਹਾਂ ਅਤੇ ਉਸ ਸਟੇਟਮੈਂਟ ਦੇ ਵਿੱਚੋਂ ਮੇਨ ਕੀ ਪੁਆਇੰਟਸ ਲੈ ਕੇ ਵੀ ਕੈਨ ਆਲਸੋ ਮੇਕ ਦ ਕਰੈਕਟਰਿਸਟਿਕਸ ਔਰ ਐਲੀਮੈਂਟਸ ਆਫ ਐਜੂਕੇਸ਼ਨਲ ਰਿਸਰਚ। ਜਦੋਂ ਆਪਾਂ ਨੈਕਸਟ ਸਟੈਪ ਪੜਾਂਗੇ ਕਰੈਕਟਰਿਸਟਿਕਸ ਆਫ ਐਜੂਕੇਸ਼ਨਲ ਰਿਸਰਚ, ਤੁਸੀਂ ਦੇਖੋਗੇ ਇਹਨਾਂ ਪੁਆਇੰਟਸ ਨੂੰ ਹੀ ਅਸੀਂ 1 ਬਾय 1 ਕਰਕੇ ਕੀ ਬਣ ਜਾਣਗੇ ਤੁਹਾਡੇ ਕੋਲ ਪੁਆਇੰਟ ਕਰੈਕਟਰਿਸਟਿਕਸ ਆਫ ਐਜੂਕੇਸ਼ਨਲ ਰਿਸਰਚ। ਸੋ ਇਹਦੇ ਵਿੱਚੋਂ ਇੱਕ ਚੀਜ਼ ਲਰਨ ਕਰਨ ਵਾਲੀ ਹੈ ਕਿ ਜੇ ਅਸੀਂ 2 ਜਾਂ 3 ਵਧੀਆ ਡੈਫੀਨੇਸ਼ਨਸ ਅੱਛੀ ਤਰ੍ਹਾਂ ਪੜ੍ਹ ਲਈਏ, ਅੰਡਰਸਟੈਂਡ ਕਰ ਲਈਏ, then we can easily draw out 10 or 12 characteristics of every concept. That can be a concept of research, psychology or other subject. So मैं एक definition ले रहा हूँ ਤੁਹਾਡੇ ਵਾਸਤੇ। According to John W. Best, research is considered to be the more formal, systematic and intensive process of carrying the scientific method or analysis. It involves a more systematic structure of investigation, usually resulting in it is inherent in some sort of formal record of procedures and a report of results or conclusion. ਜੌਨ ਡਬਲਿਊ ਬੈਸਟ ਵੀ ਜੋ ਆਪਾਂ 5-6 ਪੁਆਇੰਟ ਪਹਿਲਾਂ ਗੱਲ ਕਰਕੇ ਆ ਉਹਨਾਂ ਦੀ ਡੈਫੀਨੇਸ਼ਨ ਵੀ ਬਿਲਕੁਲ ਇਸੇ ਪੁਆਇੰਟ ਦੇ ਆਲੇ ਦੁਆਲੇ ਘੁੰਮ ਰਹੀ ਹੈ ਕਿ ਇੱਕ ਮੋਰ ਫਾਰਮਲ ਤਰੀਕਾ ਕਰਨ ਦਾ, ਸਿਸਟੇਮੈਟਿਕ ਤੇ ਇੰਟੈਂਸਿਵ ਪ੍ਰੋਸੈਸ ਹੈ। ਕਾਦੇ ਵਾਸਤੇ ਕਰਦੇ ਆ? ਕਿਸੇ ਨਾ ਕਿਸੇ ਚੀਜ਼ ਦਾ ਸੋਲੂਸ਼ਨ ਲੱਭਣ ਵਾਸਤੇ। ਤੇ ਮੈਥਡ ਕਿਹੜਾ ਯੂਜ਼ ਕਰਦੇ ਆ ਅਸੀਂ? ਸਾਇੰਟੀਫਿਕ ਮੈਥਡ। ਤੇ ਸਿਸਟੇਮੈਟਿਕ ਸਟਰਕਚਰ ਹੁੰਦਾ। ਯੂਜ਼ਲੀ ਰਿਜ਼ਲਟ ਕੀ ਹੁੰਦਾ ਇਹਦਾ? ਕੋਈ ਨਾ ਕੋਈ ਫਾਰਮਲ ਰਿਕਾਰਡ ਆਫ ਪ੍ਰੋਸੀਜਰ ਐਂਡ ਰਿਪੋਰਟ ਆਫ ਰਿਜ਼ਲਟ। ਜਦੋਂ ਤੁਸੀਂ 2-3 ਵਾਰੀ ਡੈਫੀਨੇਸ਼ਨ ਨੂੰ ਪੜ੍ਹੋਗੇ ਯੂ ਕੈਨ ਈਜ਼ਲੀ ਡਰਾ ਆਊਟ ਦਾ ਕਰੈਕਟਰਿਸਟਿਕਸ ਆਫ ਐਜੂਕੇਸ਼ਨਲ ਰਿਸਰਚ। ਸੋ ਉਹ ਰਿਸਰਚ ਜਿਹੜੀ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਕੀਤੀ ਜਾਂਦੀ ਹੈ ਪ੍ਰੋਪਰ ਪ੍ਰੋਸੀਜਰ ਫੋਲੋ ਕਰਕੇ, ਫਾਰਮਲ ਤਰੀਕੇ ਨਾਲ, ਇੱਕ ਇੰਟੈਂਸਿਵ ਪ੍ਰੋਸੈਸ ਦੀ ਫਾਰਮ ਦੇ ਵਿੱਚ, ਉਹਨੂੰ ਅਸੀਂ ਕੀ ਬੋਲਦੇ ਹਾਂ? ਐਜੂਕੇਸ਼ਨਲ ਰਿਸਰਚ। ਮੈਥਡੋਲੋਜੀ ਕਿਹੜੀ ਯੂਜ਼ ਕੀਤੀ ਜਾਂਦੀ ਹੈ? ਸਾਇੰਟੀਫਿਕ ਮੈਥਡੋਲੋਜੀ। ਰਿਜ਼ਲਟ ਕੀ ਹੁੰਦਾ? ਕੋਈ ਨਾ ਕੋਈ ਕਨਕਲੂਜਨ ਜਾਂ ਕੋਈ ਨਾ ਕੋਈ report of results. So एक ही हो गया simple way to learn the definition and characteristics of educational research. इस तो बिना you will find very good definitions of educational research given by different authors. You can select any 2 or 3 authors and try to understand the definition. Always take 2-3 definitions and try to analyze the definition to understand the concept in a better way. Then coming to the characteristics of educational research, जिस तरह मैं पहला कहा सी, we will draw out the characteristics from the given points in the previous slides. सब तो पहला point educational research की होती है, it is a scientific process. ਸਾਇੰਟੀਫਿਕ ਪ੍ਰੋਸੈਸ ਬਾਰੇ ਅਸੀਂ ਆਲਰੇਡੀ ਇੱਕ ਪਹਿਲੀ ਕਲਾਸ ਪੜ੍ਹ ਚੁੱਕੇ ਹਾਂ ਕਿ ਵਾਟ ਇਜ਼ ਅ ਸਾਇੰਟੀਫਿਕ ਮੈਥਡ, ਵਾਟ ਆਰ ਦਾ ਸਟੈਪਸ ਆਫ ਅ ਸਾਇੰਟੀਫਿਕ ਮੈਥਡ। ਸੋ ਐਜੂਕੇਸ਼ਨਲ ਰਿਸਰਚ ਦੇ ਵਿੱਚ ਅਸੀਂ ਕਿਹੜੀ ਮੈਥਡੋਲੋਜੀ ਯੂਜ਼ ਕਰਦੇ ਹਾਂ? ਵੀ ਟਰਾਈ ਟੂ ਯੂਜ਼ ਸਾਇੰਟੀਫਿਕ ਮੈਥਡ। ਸੋ ਇਟ ਇਜ਼ ਅ ਸਾਇੰਟੀਫਿਕ ਪ੍ਰੋਸੈਸ। ਦੈਨ ਸੈਕੰਡ, ਪਰਪਸਫੁਲ। ਕੋਈ ਵੀ ਰਿਸਰਚ ਹਮੇਸ਼ਾ ਕਿਸੇ ਨਾ ਕਿਸੇ ਪ੍ਰੋਬਲਮ ਦੇ ਸੋਲੂਸ਼ਨ ਵਾਸਤੇ ਕੀਤੀ ਜਾਂਦੀ ਹੈ, ਚਾਹੇ ਉਹ ਐਜੂਕੇਸ਼ਨ 'ਚ ਹੋਵੇ ਚਾਹੇ ਅਦਰ ਫੀਲਡ 'ਚ ਹੋਵੇ। ਸੋ ਜੇ ਉਹਦਾ ਪਰਪਸ ਨਹੀਂ ਹੈ ਤਾਂ ਉਹ ਕੋਈ ਰਿਸਰਚ ਨਹੀਂ ਹੋਏਗੀ। ਸੋ ਸਭ ਤੋਂ ਮੇਨ ਐਲੀਮੈਂਟ ਅਸੀਂ ਕਹੀਏ ਕਿ ਹਰ ਇੱਕ ਤਰ੍ਹਾਂ ਦੀ ਰਿਸਰਚ ਦਾ ਕੀ ਹੋਏਗਾ? ਕੋਈ ਨਾ ਕੋਈ ਆਬਜੈਕਟਿਵ ਹੋਏਗਾ, ਕੋਈ ਨਾ ਕੋਈ ਏਮ ਹੋਏਗਾ, ਕੋਈ ਨਾ ਕੋਈ ਗੋਲ ਹੋਏਗਾ, ਕੋਈ ਨਾ ਕੋਈ ਪਰਪਸ ਹੋਏਗਾ। ਥਰਡ, ਜਿਵੇਂ ਮੈਂ ਹੁਣੇ ਤੁਹਾਡੇ ਨਾਲ ਪੁਆਇੰਟ ਸ਼ੇਅਰ ਕੀਤਾ, ਐਵਰੀ ਸਰਚ ਇਜ਼ ਨਾਟ ਰਿਸਰਚ। ਰਿਸਰਚ ਦੇ ਵਿੱਚ ਅਸੀਂ ਪ੍ਰੋਪਰ ਪ੍ਰੋਸੀਜਰ ਫੋਲੋ ਕਰਦੇ ਹਾਂ, ਸਾਇੰਟੀਫਿਕ ਮੈਥਡ ਯੂਜ਼ ਕਰਦੇ ਹਾਂ, ਕਿਸੇ ਪਰਟੀਕੂਲਰ ਪ੍ਰੋਬਲਮ ਨੂੰ ਫੋਕਸ ਕਰਕੇ ਉਹਦੇ ਸੋਲੂਸ਼ਨ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਐਵਰੀ ਸਰਚ ਇਜ਼ ਨਾਟ ਅ research. Then empirical, ਇਹਦੇ ਜਿਹੜੇ ਵੇ ਆ ਕਰਨ ਦਾ, that is a empirical, ਜਿਹਨੂੰ ਅਸੀਂ empirical ਜਿਹੜਾ ਸਾਇੰਸ ਨਾਲ ਰਿਲੇਟਡ ਆ, ਜਿਹਨੂੰ ਅਸੀਂ ਵੈਰੀਫਾਈ ਕਰ ਸਕਦੇ ਹਾਂ। empiricism ਜਿਹਨੂੰ ਅਸੀਂ 5 sense organs ਨੂੰ ਯੂਜ਼ ਕਰਕੇ ਕਰਦੇ ਹਾਂ, that is called empirical process. Then objective ਹੈ, subjectivity ਨੂੰ ਅਸੀਂ ਮਿਨੀਮਮ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਿਸ ਤਰ੍ਹਾਂ ਸਾਡੇ ਸਾਹਮਣੇ ਕੋਈ
ਫੈਕਟਸ ਜਾਂ ਓਪੀਨੀਅਨ ਨੇ ਅਸੀਂ ਉਸੇ ਤਰੀਕੇ ਨਾਲ ਉਹਨੂੰ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਵੀ ਟਰਾਈ ਆਰ ਬੈਸਟ ਦੈਟ ਕਿ ਸਾਡੇ ਵੱਲੋਂ ਕੋਈ ਵੀ ਸਾਡੀ ਸਬਜੈਕਟਿਵ ਚੀਜ਼ ਰਿਸਰਚ ਇਨਵੋਲਵ ਨਾ ਹੋਵੇ। ਜਿੰਨੀ ਸਬਜੈਕਟਿਵਿਟੀ, ਜਿੰਨੀ ਸਾਡੀਆਂ ਆਪਣੀਆਂ ਫੀਲਿੰਗ, ਜਿੰਨੇ ਸਾਡੇ ਆਪਣੀਆਂ ਜਜਮੈਂਟਸ ਐਡ ਹੁੰਦੀਆਂ ਜਾਣਗੀਆਂ, ਉਨੀ ਰਿਸਰਚ ਦੀ ਕੁਆਲਿਟੀ ਕਈ ਵਾਰ ਡਾਊਨ ਹੁੰਦੀ ਜਾਂਦੀ ਹੈ। ਬਿਕੋਜ਼ ਜਿਹੜਾ ਰਿਸਰਚ ਕਰਨ ਵਾਲਾ ਪਰਸਨ ਹੁੰਦਾ ਉਹਦੀ ਰਿਸਪੌਂਸਿਬਿਲਿਟੀ ਕੀ ਹੈ, ਜੋ ਅਸੈਸਮੈਂਟ ਵਾਸਤੇ ਉਹਨੇ ਮੈਜ਼ਰਮੈਂਟ ਵਾਸਤੇ ਟੂਲਸ ਯੂਜ਼ ਕੀਤੇ ਨੇ, ਜਿਹੜੇ ਉਹ ਟੂਲਸ ਦੇ ਰਿਜ਼ਲਟ ਨੇ ਉਹਨਾਂ ਨੂੰ ਐਜ਼ ਸੱਚ ਇਵੈਲੂਏਟ ਕਰਨਾ, ਆਪਣੀ ਕੋਈ ਜਜਮੈਂਟ ਨਹੀਂ ਦੇਣੀ ਹੈਗੀ। ਉਹ ਜਿੰਨੀ ਆਪਾਂ ਸਬਜੈਕਟਿਵਿਟੀ ਵਧਾਉਂਦੇ ਜਾਵਾਂਗੇ ਰਿਸਰਚ ਦੀ ਕੁਆਲਿਟੀ ਉਨੀ ਘਟਦੀ ਜਾਏਗੀ। ਨੈਕਸਟ ਇਜ਼ ਐਕੂਰੇਸੀ। ਹਮੇਸ਼ਾ ਐਜੂਕੇਸ਼ਨ ਰਿਸਰਚ ਕਿਤੇ ਫੋਕਸ ਕਰਦੀ ਆ ਮੈਕਸਿਮਮ ਐਕੂਰੇਸੀ। ਆ ਟਾਰਗੇਟ ਇਜ਼ 100% ਐਕੂਰੇਸੀ, ਕਿ ਕਿਤੇ ਵੀ ਕੋਈ ਗਲਤੀ ਨਾ ਹੋਵੇ। ਜੇ ਕੋਈ ਐਰਰ ਹੁੰਦੀਆਂ ਨੇ ਤਾਂ ਉਹਨੂੰ ਆਪਾਂ ਫਾਈਂਡ ਆਊਟ ਕਰਨ ਦਾ, ਤਾਂ ਉਹਦਾ ਸੋਲੂਸ਼ਨ ਕੀ ਕਰਦੇ ਹਾਂ, ਕੋਈ ਨਾ ਕੋਈ ਸਟੈਟਿਸਟੀਕਲ ਟੈਕਨੀਕ ਫਾਰਮ ਕਰਦੇ ਹਾਂ ਤਾਂ ਕਿ ਅਸੀਂ ਮੈਕਸਿਮਮ ਐਕੂਰੇਸੀ ਨੂੰ ਮੇਨਟੇਨ ਕਰਕੇ ਰੱਖ ਸਕੀਏ। ਦੈਨ ਓਰੀਜਨੈਲਿਟੀ। ਐਜੂਕੇਸ਼ਨ ਰਿਸਰਚ ਮਸਟ ਬੀ ਓਰੀਜਨਲ। ਇਹ ਨਹੀਂ ਕਿ ਪਹਿਲਾਂ ਕੋਈ ਕੰਮ ਹੋਇਆ ਹੈ ਅਸੀਂ ਉਹਨੂੰ ਸਿਰਫ ਤੇ ਸਿਰਫ ਮਾਈਨਰ ਚੇਂਜ ਕਰਕੇ ਰਿਪੀਟ ਕਰਤਾ, ਦੈਟ ਇਜ਼ ਨਾਟ ਐਜੂਕੇਸ਼ਨ ਰਿਸਰਚ। ਈਚ ਐਂਡ ਐਵਰੀ ਪੀਸ ਆਫ ਰਿਸਰਚ ਸ਼ੁੱਡ ਬੀ ਐਨ ਓਰੀਜਨਲ ਆਇਡੈਂਟੀਟੀ। ਇਟ ਸ਼ੁੱਡ add something to the knowledge or fill some gaps in research. So every research, small ਜਾਂ large level ਤੇ ਹੋਵੇ, no issues, but it must be an original work. Then basically research ਦੋ ਤਰ੍ਹਾਂ ਦੀ ਹੋ ਸਕਦੀ ਹੈ ਐਜੂਕੇਸ਼ਨ ਰਿਸਰਚ, ਇੱਕ ਕੁਆਲਿਟੇਟਿਵ, ਇੱਕ ਕੁਆਂਟੀਟੇਟਿਵ। ਕੁਆਂਟੀਟੇਟਿਵ ਉਹ ਹੁੰਦੀ ਹੈ ਜਿੱਥੇ ਨੰਬਰਸ ਯੂਜ਼ ਹੁੰਦੇ ਨੇ। ਮੰਨ ਲਓ ਤੁਸੀਂ ਮੈਥਮੈਟਿਕਸ ਦੀ ਅਚੀਵਮੈਂਟ ਮੈਜ਼ਰ ਕਰ ਰਹੇ ਹੋ, ਉਹਦੇ 30 ਮਾਰਕਸ ਆਏ ਨੇ, 40 ਆਏ ਨੇ, 20 ਆਏ ਨੇ, ਇਟ ਮੀਨਸ ਯੂ ਆਰ ਪਲੇਇੰਗ ਵਿਦ ਨੰਬਰਸ। ਦ ਡਾਟਾ ਇਨ ਯੂਰ ਹੈਂਡਸ ਇਜ਼ ਇਨ ਨੰਬਰਸ। ਏਜ ਇਸੇ ਤਰੀਕੇ ਨਾਲ, ਵੇਟ, ਇਹ ਸਾਰੇ ਕੀ ਨੇ, ਨੰਬਰਸ ਨੇ। ਜਦੋਂ ਅਸੀਂ ਨੰਬਰਸ ਨਾਲ ਡੀਲ ਕਰਦੇ ਹਾਂ, ਪਰਸੈਂਟੇਜ, ਮੀਨ, ਮੀਡੀਅਨ ਕੱਢ ਰਹੇ ਹਾਂ, ਇਟ ਮੀਨਸ ਵੀ ਆਰ ਡੀਲਿੰਗ ਵਿਦ quantitative type of educational research. The another option is qualitative, ਜਿੱਥੇ quantity ਨਹੀਂ ਹੈਗੀ, ਜਿੱਥੇ ਕੀ ਹੈ quality। ਕੁਆਲਿਟੀ ਅੱਗੇ ਆਪਾਂ ਇਨ ਡਿਟੇਲ ਤੁਹਾਡੇ ਸਿਲੇਬਸ 'ਚ ਵੀ ਹੈ ਕਿ ਕੁਆਲਿਟੇਟਿਵ ਰਿਸਰਚ ਕਿਹੜੇ ਕਿਹੜੇ ਫੀਲਡ 'ਚ ਹੁੰਦੀ ਹੈ। ਮੰਨ ਲਓ ਤੁਸੀਂ ਕੋਈ ਇੱਕ ਟਰਾਈਬ ਹੈ, ਟਰਾਈਬ ਬਾਰੇ ਜਾਣਨਾ ਚਾਹੁੰਦੇ ਹੋ, ਕੀ ਉਹਦੀਆਂ ਕਰੈਕਟਰਿਸਟਿਕਸ ਨੇ, ਕੀ ਨੇ। ਜਾਂ ਕੋਈ ਇੱਕ ਸਕੂਲ ਹੈ, ਸਕੂਲ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਪੂਰੇ ਲੁਧਿਆਣਾ ਰੀਜਨ ਦੇ ਵਿੱਚ ਇੱਕ ਸਕੂਲ ਬਹੁਤ ਵਧੀਆ ਪਰਫਾਰਮ ਕਰ ਰਿਹਾ, ਉਹਦੇ ਰਿਜ਼ਲਟ ਤਾਂ ਇੱਕ ਸੈਪਰੇਟ ਇਸ਼ੂ ਨੇ। ਅਦਰ ਫੀਲਡ ਦੇ ਵਿੱਚ ਵੀ ਸਪੋਰਟਸ ਹੋ ਗਿਆ ਜਾਂ ਤੁਹਾਡਾ ਕਲਚਰਲ ਐਕਟੀਵਿਟੀਜ਼ ਹੋ ਗਈਆਂ, ਮੋਰਲ ਵੈਲਿਊਜ਼ ਹੋ ਗਈਆਂ, ਤੁਸੀਂ ਉਹਦੇ ਵਿੱਚ ਰਹਿ ਕੇ ਉਹਦੇ ਇੱਕ ਪਾਰਟਿਸਪੈਂਟ ਬਣ ਕੇ 10 ਦਿਨ ਵਾਸਤੇ, 15 ਦਿਨ ਵਾਸਤੇ ਕੁਝ ਚੀਜ਼ਾਂ ਨੋਟ ਡਾਊਨ ਕਰ ਰਹੇ ਹੋ, ਕਿਸੇ ਨਾਲ ਇੰਟਰਵਿਊ ਕਰ ਰਹੇ ਹੋ, ਗੱਲਬਾਤ ਕਰ ਰਹੇ ਹੋ, ਬੱਚਿਆਂ ਦੇ ਵਿਊ ਲੈ ਰਹੇ ਹੋ। ਇਟ ਮੀਨਸ ਉੱਥੇ ਤੁਹਾਡੇ ਜਿਹੜੇ ਵਿਊਜ਼ ਨੇ, ਤੁਹਾਡੀ ਗੱਲਬਾਤ ਆ, ਤੁਹਾਡੀਆਂ ਇੰਟਰਵਿਊਜ਼ ਨੇ, ਦੋਜ਼ ਆਰ ਇਨ ਦਾ ਕੁਆਲਿਟੇਟਿਵ ਫਾਰਮ। ਨੰਬਰਸ ਨਹੀਂ ਹੈਗਾ, ਉਹ ਆਪਣੇ ਵਿਚਾਰ ਸ਼ੇਅਰ ਕਰ ਰਹੇ ਆ, ਆਪਣੇ ਆਈਡੀਆਜ਼ ਸ਼ੇਅਰ ਕਰ ਰਹੇ ਆ। ਯੂ ਆਰ ਕਲੈਕਟਿੰਗ ਦੋਜ਼ ਆਈਡੀਆਜ਼ ਐਂਡ ਐਨਾਲਾਈਜ਼ਿੰਗ ਦੋਜ਼ ਆਈਡੀਆਜ਼ ਐਜ਼ ਪਰ ਦਾ ਪ੍ਰੋਸੀਜਰ ਆਫ ਕੁਆਲਿਟੇਟਿਵ ਰਿਸਰਚ. So I think you can easily draw out the difference between qualitative and quantitative. Quantitative where numbers matters a lot, qualitative where statements matters a lot. So ਇਹ ਦੋ ਤਰ੍ਹਾਂ ਦੀ ਰਿਸਰਚ ਹੋ ਸਕਦੀ ਹੈ ਐਜੂਕੇਸ਼ਨ ਰਿਸਰਚ। broadly we can divide qualitative and quantitative. Then comes critical analysis. Education research ਕਿਤੇ ਫੋਕਸ ਕਰਦੀ ਹੈ to critically analyze each and every aspect of a particular problem ਤੇ ਉਹਦੀ ਸਾਰੀ ਪ੍ਰੋਸੈਸ ਦੇ ਵਿੱਚ। ਜਦੋਂ ਅਸੀਂ ਬਹੁਤ ਵਧੀਆ ਰਿਸਰਚ ਦੀ ਗੱਲ ਕਰਦੇ ਹਾਂ ਜਾਂ ਗੁੱਡ ਐਜੂਕੇਸ਼ਨ ਰਿਸਰਚ ਦੀ ਗੱਲ ਕਰਦੇ ਹਾਂ, then we must follow the interdisciplinary approach. ਮੀਨਸ ਜਿੱਥੇ ਇੱਕ ਡਿਸਿਪਲਿਨ ਤੋਂ ਮੈਥ ਦੇ ਨਾਲ ਨਾਲ ਹੋਰ ਕਿਹੜੇ ਕਿਹੜੇ ਸਬਜੈਕਟ ਦਾ ਰੋਲ ਪਲੇ ਕਰ ਰਿਹਾ ਜਾਂ ਕਿਹੜਾ ਡਿਸਿਪਲਿਨ ਰੋਲ ਪਲੇ ਕਰ ਰਿਹਾ। ਸੋ ਜਦੋਂ ਅਸੀਂ ਰਿਸਰਚ ਕਰੀਏ, ਸੋ ਵੀ ਮਸਟ ਫੋਲੋ ਇੰਟਰਡਿਸਿਪਲਿਨਰੀ ਅਪਰੋਚ, ਜਿਹਦੇ ਨਾਲ ਕੀ ਹੁੰਦਾ, ਰਿਸਰਚ ਦੀ ਰਿਚਨੈਸ ਵੱਧ ਜਾਂਦੀ ਹੈ, ਰਿਸਰਚ ਦੀ ਕੁਆਲਿਟੀ ਪਹਿਲਾਂ ਨਾਲੋਂ ਜ਼ਿਆਦਾ ਬੈਟਰ ਹੋ ਜਾਂਦੀ ਹੈ। ਦੈਨ ਐਜੂਕੇਸ਼ਨ ਰਿਸਰਚ ਮਸਟ ਹੈਵ ਦਾ ਪ੍ਰੈਡਿਕਟੇਬਿਲਿਟੀ, ਕਿਉਂਕਿ ਅਸੀਂ ਬੱਚਿਆਂ ਤੇ ਉਹ ਰਿਸਰਚ ਕਾਹਦੇ ਵਾਸਤੇ ਕਰ ਰਹੇ ਹਾਂ, ਮੋਸਟ ਆਫ ਦਾ ਟਾਈਮ ਰਿਸਰਚ ਕਰਨ ਦਾ ਪਰਪਸ ਕੀ ਹੈ ਕਿ ਉਹਦੇ ਰਿਜ਼ਲਟ ਨੂੰ ਸੋਸਾਇਟੀ ਦੇ ਵਿੱਚ ਜਿਹੜੀਆਂ ਹੋਰ ਉਹੋ ਜਿਹੀਆਂ ਕੰਡੀਸ਼ਨਸ ਨੇ ਉੱਥੇ ਅਪਲਾਈ ਕੀਤਾ ਜਾ ਸਕੇ। ਇਟ ਮੀਨਸ ਉਹਦੀ ਕੀ ਹੋਣੀ ਚਾਹੀਦੀ ਹੈ, ਪ੍ਰੈਡਿਕਟੇਬਿਲਿਟੀ ਹੋਣੀ ਚਾਹੀਦੀ ਆ, ਉਹਦੀ ਐਕੂਰੇਸੀ ਹੋਣੀ ਚਾਹੀਦੀ ਹੈ। ਜਦੋਂ ਆਪਾਂ ਇਹਨੂੰ ਅੱਗੇ ਜਾ ਕੇ ਪੜਾਂਗੇ, ਦੋ ਤਰ੍ਹਾਂ ਦੀ ਵੈਲਿਡਿਟੀ ਹੁੰਦੀ ਹੈ, ਇੱਕ ਹੁੰਦੀ ਆ ਐਕਸਟਰਨਲ ਵੈਲਿਡਿਟੀ, ਇੱਕ ਹੁੰਦੀ ਆ ਇੰਟਰਨਲ ਵੈਲਿਡਿਟੀ। ਜਿਹੜੀ ਪ੍ਰੈਡਿਕਟੇਬਿਲਿਟੀ ਹੈ, ਇਟ ਇਜ਼ ਡੀਲਿੰਗ ਵਿਦ predictability is dealing with external validity of a research.
The next point, it is a carefully recorded and reported activity. ਪੂਰੀ ਐਜੂਕੇਸ਼ਨ ਰਿਸਰਚ ਦੀ ਪ੍ਰੋਸੈਸ ਨੂੰ ਕੀ ਕਰਦੇ ਹਾਂ ਅਸੀਂ, ਸਟਾਰਟਿੰਗ ਫਰੋਮ ਦਾ point of finding a research problem, then ਉਹਦੇ objective, ਉਹਦੇ hypothesis, then ਉਹਦਾ review of literature, ਜੋ ਵੀ ਸਾਰਾ process ਅਸੀਂ follow ਕਰਦੇ ਹਾਂ to reach a particular conclusion. All the activities are carefully recorded and reported. ਚਾਹੇ ਉਹਦੀ ਤੁਸੀਂ ਰਿਸਰਚ ਰਿਪੋਰਟ ਐਂਡ ਤੇ ਸਬਮਿਟ ਕਰਦੇ ਹੋ, ਇਟ ਮੀਨਸ ਤੁਸੀਂ ਹਰ ਇੱਕ ਐਕਟੀਵਿਟੀ ਨੂੰ ਪ੍ਰੋਪਰਲੀ ਟਾਈਮਲੀ ਰਿਕਾਰਡ ਕਰਦੇ ਹੋ. then each and every activity is in a logical form. ਉਹਦਾ ਕੋਈ ਨਾ ਕੋਈ ਲੌਜਿਕ ਹੋਏਗਾ ਕਿ ਪਹਿਲੀ ਐਕਟੀਵਿਟੀ ਤੋਂ ਬਾਅਦ ਅਗਲੀ ਕਿਹੜੀ ਫੋਲੋ ਕਰੇਗੀ, ਅਗਲੀ ਤੋਂ ਬਾਅਦ ਨੈਕਸਟ ਕਿਹੜੀ ਫੋਲੋ ਕਰੇਗੀ, ਕਿਹੜੀ ਕਾਜ਼ ਹੈ, ਕਿਹੜੀ ਉਹਦਾ ਇਫੈਕਟ ਹੈ, ਕਿ ਕਿਹੜੀਆਂ ਸਿਚੁਏਸ਼ਨ ਨੇ ਅਗਲੀ ਸਿਚੁਏਸ਼ਨ ਨੂੰ ਜਨਮ ਦੇ ਰਹੀਆਂ ਨੇ, ਜਾਂ ਕਿਹੜੀਆਂ ਸਿਚੁਏਸ਼ਨ ਹੁੰਦੀਆਂ ਨੇ ਉਹ ਪੁਰਾਣੀ ਨਾਲ ਰਿਲੇਟਡ ਨੇ. ਦੇਅਰ ਇਜ਼ ਆਲਵੇਜ਼ ਅ ਲੌਜਿਕ ਇਨ ਈਚ ਐਂਡ ਐਕਟੀਵਿਟੀ ਆਫ ਰਿਸਰਚ. ਜੇ ਅਸੀਂ ਪਰਟੀਕੂਲਰ ਰਿਸਰਚ ਦੀ ਟੈਕਨੀਕ ਯੂਜ਼ ਕਰਨੀ ਆ, that particular research technique ਜਾਂ statistics technique is based on the type of hypothesis. ਜਿਹੜੇ hypothesis ਯੂਜ਼ ਕੀਤੇ ਨੇ ਉਹ ਕਿਤੇ ਡਿਪੈਂਡ ਕਰਦੇ ਨੇ what type of objectives. Objective ਕਿਤੇ ਡਿਪੈਂਡ ਕਰਦੇ ਆ what kind of problem in your hand. So each and every activity of research is a logical activity and always work on logic. The next point is courage. ਜਦੋਂ ਆਪਾਂ ਐਜੂਕੇਸ਼ਨਲ ਰਿਸਰਚ ਕਰਦੇ ਹਾਂ ਤਾਂ ਰਿਸਰਚਰ ਦੇ ਵਿੱਚ ਕਰੇਜ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਕਿਸੇ ਵੀ ਪ੍ਰੋਬਲਮ ਤੇ ਤੁਹਾਨੂੰ ਕੰਟੀਨਿਊਸਲੀ ਪਰਸਿਸਟੈਂਟ ਐਫਰਟ ਕਰਨੇ ਪੈਂਦੇ ਨੇ ਉਹਦੇ ਸੋਲੂਸ਼ਨ ਤੱਕ ਪਹੁੰਚਣ ਵਾਸਤੇ. ਸੋ देयर ਮਸਟ ਬੀ ਅ ਕਰੇਜ ਇਨ ਅ ਰਿਸਰਚਰ. then comes directed towards solution of a problem. Each educational research is always directed toward a solution of a problem. ਅਸੀਂ ਕਾਹਦੇ ਵਾਸਤੇ ਰਿਸਰਚ ਕਰ ਰਹੇ ਹਾਂ, ਕਿਉਂਕਿ ਅਸੀਂ ਉਸ ਪ੍ਰੋਬਲਮ ਦਾ ਕੋਈ ਨਾ ਕੋਈ ਪ੍ਰੋਬੇਬਲ ਸੋਲੂਸ਼ਨ ਲੱਭਣਾ ਚਾਹੁੰਦੇ ਹੁੰਦੇ ਆ, ਜੋ ਸਾਨੂੰ ਹਾਈਪੋਥੇਸਿਸ ਹਿੰਟ ਦਿੰਦੇ ਨੇ. ਫਿਰ ਅਸੀਂ ਉਸ ਚੀਜ਼ ਨੂੰ ਵੈਰੀਫਾਈ ਕਰਦੇ ਹਾਂ ਤੇ ਅਸੀਂ ਕਿਸੇ ਨਾ ਕਿਸੇ ਕਨਕਲੂਜਨ ਤੇ ਪਹੁੰਚ ਕੇ ਤਾਂ ਕਿ ਅਸੀਂ ਜੋ ਐਗਜ਼ਿਸਟਿੰਗ ਨੌਲੇਜ ਆ ਉਹਦੇ ਵਿੱਚ ਕੁਝ ਐਡ ਕਰ ਸਕੀਏ, ਜਾਂ ਜੇ ਕੋਈ ਗੈਪਸ ਨੇ ਉਹਨੂੰ ਫਿਲ ਕਰ ਸਕੀਏ, ਜਾਂ ਥਰਡ ਜੇ ਇਨਕਨਸਿਸਟੈਂਸੀਜ਼ ਨੇ ਤਾਂ ਉਹਨਾਂ ਨੂੰ ਰਿਮੂਵ ਕਰ ਸਕੀਏ. ਸੋ all the educational researchers always focus on a solution. Then it require expertise. ਥੋੜੀ ਬਹੁਤੀ ਜਿਹੜੀ ਟ੍ਰੇਨਿੰਗ ਆ, ਅਸੀਂ ਜਦੋਂ ਥਿਓਰੈਟੀਕਲ ਫਾਰਮ ਪੜ੍ਹ ਰਹੇ ਹਾਂ ਰਿਸਰਚ ਦੀ, we are getting a type of expertise in conducting an educational research. ਤੁਹਾਨੂੰ ਰਿਸਰਚ ਦੀ ਪ੍ਰੋਬਲਮ ਨੂੰ ਆਇਡੈਂਟੀਫਾਈ ਕਿਵੇਂ ਕਰਨਾ, ਆਬਜੈਕਟਿਵ ਕੀ ਹੁੰਦੇ ਨੇ, ਹਾਈਪੋਥੇਸਿਸ ਕੀ ਹੁੰਦੇ ਨੇ, ਸਟੈਟਿਸਟੀਕਲ ਟੈਕਨੀਕਸ ਕੀ ਨੇ. ਇਟ ਮੀਨਸ ਯੂ ਮਸਟ ਹੈਵ ਸਮ ਬੇਸਿਕ ਨੌਲੇਜ ਅਬਾਊਟ these terms so that you can conduct a research properly. So it require expertise. It is not a matter of everyone ਕਿ ਕੋਈ ਵੀ ਬੰਦਾ ਪਰਸਨ ਆਏਗਾ ਤੇ ਉਹ ਰਿਸਰਚ ਕਰਨ ਲੱਗ ਜਾਏਗਾ. No, you must have some basic knowledge about the process of research and key elements of research, so that your research should be valid, or your research will be adding something to the existing knowledge. Then it is a systematic process. We have already covered the point. All the procedure and activities are in a systematic form in educational research. The next point is the result should be reliable and valid. It is a very important characteristics of educational research or any type of research. ਜਦੋਂ ਵੀ ਅਸੀਂ ਰਿਸਰਚ ਕਰਦੇ ਹਾਂ, ਰਿਸਰਚ ਦੇ ਜਿਹੜੇ ਰਿਜ਼ਲਟਸ ਨੇ, ਰਿਜ਼ਲਟਸ ਦੇ ਜਿਹੜੇ ਟੂਲਸ ਯੂਜ਼ ਕਰ ਰਹੇ ਹਾਂ ਜਾਂ ਜਿਹੜੇ ਅਸੀਂ ਟੈਸਟ ਯੂਜ਼ ਕਰ ਰਹੇ ਹਾਂ, ਦੇ ਮਸਟ ਬੀ ਰਿਲਾਇਬਲ ਐਂਡ ਵੈਲਿਡ. ਰਿਲਾਇਬਿਲਿਟੀ ਕੀ ਹੁੰਦੀ ਹੈ, ਤੁਸੀਂ ਆਪਣੀ ਗ੍ਰੈਜੂਏਸ਼ਨ ਟਾਈਮ ਵੀ ਪੜ੍ਹਿਆ ਹੋਣਾ ਵਰਡ ਰਿਲਾਇਬਿਲਿਟੀ ਐਂਡ ਵੈਲਿਡਿਟੀ. ਇੱਕ ਚੀਜ਼ ਹਮੇਸ਼ਾ ਯਾਦ ਕਰਨੀ ਹੈ, ਯੂ ਕੈਨ ਆਲਸੋ ਨੋਟ ਡਾਊਨ ਔਨ ਯੂਰ ਕਾਪੀਜ਼. ਰਿਲਾਇਬਿਲਿਟੀ ਇਜ਼ ਕੰਸਿਸਟੈਂਸੀ. ਪਲੀਜ਼ ਰਿਮੈਂਬਰ, ਰਿਲਾਇਬਿਲਿਟੀ ਕਈ ਵਾਰ ਆਪਾਂ ਪਹਿਲਾ ਵਰਡ ਜਿਵੇਂ ਰੂਟੀਨ ਲਾਈਫ 'ਚ ਪੜ੍ਹਦੇ ਹਾਂ, ਰਿਲਾਈ ਕਰਨਾ, ਯਕੀਨ ਕਰਨਾ, ਤਾਂ ਅਸੀਂ ਸ਼ਾਇਦ ਉਹਨੂੰ ਕਿਸੇ ਹੋਰ ਵੇ ਨਾਲ ਇੰਟਰਪ੍ਰੇਟ ਕਰਨ ਦੀ ਕੋਸ਼ਿਸ਼ ਕਰ ਲੈਂਦੇ ਹਾਂ. ਲੇਕਿਨ ਪਲੀਜ਼ ਰਿਮੈਂਬਰ ਵਨ ਥਿੰਗ, ਰਿਲਾਇਬਿਲਿਟੀ ਇਜ਼ ਰਿਲੇਟਡ ਵਿਦ ਕੰਸਿਸਟੈਂਸੀ ਆਫ ਰਿਜ਼ਲਟਸ. ਜੋ ਰਿਜ਼ਲਟ ਅੱਜ ਆਏ ਨੇ ਕੱਲ ਵੀ ਸੇਮ ਆ ਰਿਹਾ, ਪਰਸੋਂ ਵੀ ਸੇਮ ਆ ਰਿਹਾ, ਡੇ ਆਫਟਰ ਟੂਮਾਰੋ ਵੀ ਸੇਮ ਆ ਰਿਹਾ. ਇਟ ਮੀਨਸ ਦ ਰਿਜ਼ਲਟਸ ਆਰ ਕੰਸਿਸਟੈਂਟ. ਸੋ ਵੀ ਕੈਨ ਸੇ ਦੈਟ research is reliable. And valid means truthfulness, means every research has a purpose. ਜੇ ਉਹ purpose ਪੂਰਾ ਹੁੰਦਾ ਤਾਂ research valid ਹੈ, ਜੇ ਉਹ purpose ਪੂਰਾ ਨਹੀਂ ਹੁੰਦਾ ਤਾਂ research valid ਨਹੀਂ ਹੈ. Then patience.
ਰਿਸਰਚਰ ਮਸਟ ਹੈਵ ਪੇਸ਼ੈਂਸ। ਕਈ ਵਾਰੀ ਤੁਹਾਨੂੰ ਐਜੂਕੇਸ਼ਨ ਰਿਸਰਚ ਕਰਨ ਲੱਗੇ ਕਈ ਇਦਾਂ ਦੇ ਪੜਾਅ ਆਉਂਦੇ ਨੇ, ਸਟੈਪਸ ਆਉਂਦੇ ਨੇ ਜਿੱਥੇ ਸ਼ਾਇਦ ਤੁਹਾਨੂੰ ਕੀ ਹੋਵੇ, ਇਹ ਲੱਗੇ ਕਿ ਇਹ ਪ੍ਰੋਬਲਮ ਦਾ ਕੋਈ ਸੋਲੂਸ਼ਨ ਨਹੀਂ ਮਿਲ ਰਿਹਾ, ਜਾਂ ਇੱਥੋਂ ਡਾਟਾ ਕਲੈਕਟ ਨਹੀਂ ਹੋ ਰਿਹਾ, ਇਹ ਹਾਈਪੋਥੇਸਿਸ ਫਰੇਮ ਨਹੀਂ ਹੋ ਰਹੇ, ਇਹ ਸਟੈਟਿਸਟੀਕਲ ਐਨਾਲਿਸਿਸ ਪ੍ਰੋਪਰਲੀ ਫੋਲੋ ਨਹੀਂ ਹੋ ਰਿਹਾ। ਇਟ ਮੀਨਸ ਦੇਰ ਮੇ ਬੀ ਐਨ ਨੰਬਰ ਆਫ ਸਿਚੁਏਸ਼ਨਸ ਜਿੱਥੇ ਤੁਹਾਨੂੰ ਆਪਣਾ ਪੇਸ਼ੈਂਸ ਬਣਾ ਕੇ ਰੱਖਣਾ ਹੋਏਗਾ, ਚਾਹੇ ਤੁਸੀਂ ਡਾਟਾ ਕਲੈਕਟ ਕਰ ਰਹੇ ਹੋ, ਚਾਹੇ ਡਾਟਾ ਦੇ ਕਲੈਕਟ ਕਰਨ ਵਾਸਤੇ ਟੂਲ ਬਣਾ ਰਹੇ ਹੋ, ਜਾਂ ਤੁਸੀਂ ਡਾਟਾ ਐਨਾਲਿਸਿਸ ਕਰ ਰਹੇ ਹੋ, ਐਂਡ ਤੇ ਕੰਕਲੂਜਨ ਲਿਖ ਰਹੇ ਹੋ। ਯੂ ਮਸਟ ਫੋਲੋ a simple element, that is a patience. So the next point is rigorous activity. To produce a quality educational research, it is a rigorous activity and a continuous efforts are required from the researcher to produce a good research. These are the basic characteristics of educational research. Then ਜਿੰਨੀਆਂ ਅਸੀਂ characteristics ਪੜ੍ਹੀਆਂ ਨੇ ਜਾਂ ਪਹਿਲਾਂ ਅਸੀਂ process ਪੜ੍ਹੀ ਹੈ, ਤਾਂ ਉਹ ਤੋਂ ਅਸੀਂ ਆਇਡੈਂਟੀਫਾਈ ਕਰ ਸਕਦੇ ਹਾਂ ਕਿ ਜਿਹੜੀ ਰਿਸਰਚ ਹੈ ਉਹ ਇੱਕ ਸਿਸਟੇਮੈਟਿਕ ਪ੍ਰੋਸੀਜਰ ਫੋਲੋ ਕਰਦੀ ਹੈ, ਜਿਹਨੂੰ ਕੁਝ ਸਟੈਪਸ ਦੇ ਵਿੱਚ ਡਾਇਗਰਾਮ ਥਰੂ ਦਿਖਾਇਆ ਗਿਆ, ਜਿਹਨੂੰ ਸਮਝਣ ਦੀ ਕੋਸ਼ਿਸ਼ ਕਰੋਗੇ। ਜਿਵੇਂ ਆਪਾਂ ਸਟਾਰਟ ਕਿੱਥੋਂ ਕਰਦੇ ਹਾਂ, ਜੇ ਆਪਾਂ ਰਿਸਰਚ ਨੂੰ ਇੱਕ ਜਿਹੜੀ ਤੁਸੀਂ ਰਿਸਰਚ ਰਿਪੋਰਟ ਸਬਮਿਟ ਕਰਦੇ ਹੋ ਆਪਣੀ ਕਲਾਸਿਸ ਦੇ ਵਿੱਚ, ਉਹਦੇ ਪੁਆਇੰਟ ਆਫ ਵਿਊ ਨਾਲ ਸਮਝਣ ਦੀ ਕੋਸ਼ਿਸ਼ ਕਰੀਏ, ਤਾਂ ਜੇ ਅਸੀਂ ਚੈਪਟਰ 1 ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਅਸੀਂ ਕਿਹਦੇ ਫੋਕਸ ਕਰਦੇ ਹਾਂ, ਵੀ ਟਰਾਈ ਟੂ ਆਇਡੈਂਟੀਫਾਈ ਆ ਰਿਸਰਚ ਪ੍ਰੋਬਲਮ। ਇਹਦੇ ਆਪਣਾ ਕੋਈ ਡਿਟੇਲ 'ਚ ਇੱਕ ਕਲਾਸ ਹੋਏਗੀ ਕਿ ਰਿਸਰਚ ਪ੍ਰੋਬਲਮ ਕੀ ਹੈ, ਉਹਨੂੰ ਕਿਵੇਂ ਆਇਡੈਂਟੀਫਾਈ ਕਰਨਾ, ਕਿਹੜੀਆਂ ਉਹਦੀਆਂ ਕਰੈਕਟਰਿਸਟਿਕਸ ਹੋਣੇ ਚਾਹੀਦੇ ਨੇ, ਇਨ ਡਿਟੇਲ ਪੜਾਂਗੇ। ਸੋ ਵੀ ਸਟਾਰਟ ਵਿਦ ਰਿਸਰਚ ਪ੍ਰੋਬਲਮ। ਦੈਨ ਸੈਕੰਡ ਚੈਪਟਰ ਤੇ ਅਸੀਂ ਕਿਹਦੇ ਫੋਕਸ ਕਰਦੇ ਹਾਂ, ਵੀ ਆਲਵੇਜ਼ ਫੋਕਸ ਔਨ ਰਿਵਿਊ ਆਫ ਦਾ ਲਿਟਰੇਚਰ। ਜਿਹੜੀ ਪ੍ਰੋਬਲਮ ਅਸੀਂ ਆਇਡੈਂਟੀਫਾਈ ਕੀਤੀ ਹੈ ਉਹਦੇ ਨਾਲ ਇਨ ਡਿਟੇਲ ਹੋਰ ਕਿਹੜੀਆਂ ਸਟੱਡੀਜ਼ ਹੋਈਆਂ ਨੇ, ਤਾਂ ਜੋ ਸਾਨੂੰ ਉਸ ਪ੍ਰੋਬਲਮ ਨੂੰ ਅੰਡਰਸਟੈਂਡ ਕਰਨ ਦਾ ਪ੍ਰੋਪਰ ਓਪਰਚੁਨਿਟੀ ਮਿਲੇ, ਪ੍ਰੋਪਰ ਟਾਈਮ ਮਿਲੇ, ਪ੍ਰੋਪਰ ਮੌਕਾ ਰਿਪੋਰਟ ਪੜ੍ਹਨੀ ਹੈ ਉਹਨੂੰ ਈਜ਼ੀਲੀ ਅੰਡਰਸਟੈਂਡ ਕਰ ਸਕੇ। ਸੋ ਇੱਕ ਐਗਜ਼ਾਮਪਲ ਦਿੱਤੀ ਹੈ ਤੁਹਾਡੇ ਸਾਹਮਣੇ ਕਿ ਕਿਵੇਂ ਆਪਾਂ ਰਿਸਰਚ ਦੀ ਪ੍ਰੋਸੈਸ ਨੂੰ 4-5 ਚੈਪਟਰ ਜੋ ਰਿਸਰਚ ਰਿਪੋਰਟ ਬਣਾਉਂਦੇ ਆ ਉਹ 'ਚ ਕਿਵੇਂ ਸਮ ਅਪ ਕਰ ਸਕਦੇ ਹਾਂ। ਥੀਸ ਆਰ ਨਾਟ ਦਾ ਫਿਕਸ ਸਟੈਪ ਔਰ ਫਿਕਸ ਚੈਪਟਰਸ। ਯੂ ਵਿਲ ਸੀ ਦੈਟ ਕਿ 5-7 ਸਾਲ ਪਹਿਲਾਂ ਤੁਹਾਡੇ 5 ਚੈਪਟਰ ਹੋਣਗੇ, ਅੱਜ ਦੇ ਟਾਈਮ 'ਚ 6 ਚੈਪਟਰ ਯੂਜ਼ ਹੋ ਰਹੇ ਹੋਣਗੇ, ਕਿਤੇ 7 ਚੈਪਟਰ ਯੂਜ਼ ਹੋ ਰਹੇ ਹੋਣਗੇ। ਜਿਵੇਂ ਮੈਂ ਚੈਪਟਰ 5 ਤੇ ਖਤਮ ਕੀਤਾ, ਇਹਦੇ ਨਾਲ ਹੀ ਤੁਸੀਂ ਚੈਪਟਰ 6 ਵੀ ਕਰ ਸਕਦੇ ਹੋ ਰੈਫਰੈਂਸਸ ਦਾ, ਜਿਹੜਾ ਨਾਰਮਲੀ ਆਲ ਯੂਨੀਵਰਸਿਟੀਜ਼ ਫੋਲੋ ਕਰਦੀਆਂ ਨੇ। ਸੋ ਥੋੜਾ ਬਹੁਤਾ ਪ੍ਰੋਸੈਸ ਦੇ ਵਿੱਚ ਮਾਈਨਰ ਯੂਨੀਵਰਸਿਟੀ ਟੂ ਯੂਨੀਵਰਸਿਟੀ, ਕੰਟਰੀ ਟੂ ਕੰਟਰੀ, ਰੀਜਨ ਟੂ ਰੀਜਨ ਡਿਫਰੈਂਸ ਹੋ ਸਕਦਾ। ਲੇਕਿਨ ਜੇ ਅਸੀਂ ਬੇਸਿਕ ਗੱਲ ਕਰਦੇ ਹਾਂ ਤਾਂ ਬੇਸਿਕਲੀ ਵੀ ਰਿਵੋਲਵ ਅਰਾਊਂਡ ਥੀਸ 4 ਔਰ 5 ਚੈਪਟਰਸ। ਇਹ ਚੈਪਟਰਸ ਦੇ ਵਿੱਚ ਵੀ ਅੱਗੇ ਪਿੱਛੇ ਕਈ ਯੂਨੀਵਰਸਿਟੀਜ਼ ਦੇਖਣ ਨੂੰ ਮਿਲੇਗਾ, ਲੇਕਿਨ ਇਸ ਡਾਇਗਰਾਮ ਤੋਂ ਅੰਡਰਸਟੈਂਡ ਕਰਨ ਵਾਲੀ ਕੀ ਗੱਲ ਹੈ ਕਿ ਇੱਕ ਸਿਸਟੇਮੈਟਿਕ ਪ੍ਰੋਸੈਸ ਫੋਲੋ ਹੁੰਦੀ ਹੈ ਜਿਹਦੇ ਸਟੈਪ ਬਾय ਸਟੈਪ ਅਸੀਂ ਹਰ ਇੱਕ ਵਰਕ ਨੂੰ ਕੰਪਲੀਟ ਕਰਦੇ ਹਾਂ। ਸੋ ਨੈਕਸਟ ਕਮਸ ਦ ਲਿਮਿਟੇਸ਼ਨਸ ਆਫ ਐਜੂਕੇਸ਼ਨਲ ਰਿਸਰਚ। ਜੋ ਅਸੀਂ ਐਜੂਕੇਸ਼ਨ ਰਿਸਰਚ ਯੂਜ਼ ਕਰ ਰਹੇ ਹਾਂ ਉਹਦੀਆਂ ਦੇਖੋ ਜੀ ਕਰੈਕਟਰਿਸਟਿਕਸ ਨੇ, ਉਹਦੀਆਂ ਐਡਵਾਂਟੇਜ ਵੀ ਨੇ ਜਾਂ ਉਹਨੂੰ ਨੀਡ ਕਹਿ ਸਕਦੇ ਹਾਂ। ਤੇ ਲੇਕਿਨ ਜਦੋਂ ਵੀ ਰਿਸਰਚ ਕੀਤੀ ਜਾਂਦੀ ਹੈ ਦੇਅਰ ਮੇ ਬੀ ਸਮ ਐਰਰਸ ਔਰ ਉਹਦੀਆਂ ਲਿਮਿਟੇਸ਼ਨਸ। ਇਹ ਵੀ ਤੁਹਾਡੇ ਜਦੋਂ ਤੁਸੀਂ ਰਿਸਰਚ ਦੀ ਕਲਾਸ ਲਾ ਰਹੇ ਹੋ, ਐਰਰ ਹੈਜ਼ ਡਿਫਰੈਂਟ ਮੀਨਿੰਗ, ਲਿਮਿਟੇਸ਼ਨ ਹੈਜ਼ ਡਿਫਰੈਂਟ ਮੀਨਿੰਗ। ਸੋ ਜਦੋਂ ਆਪਾਂ ਉਸ ਚੈਪਟਰ ਤੇ ਪਹੁੰਚਾਂਗੇ ਦੈਨ ਵੀ ਵਿਲ ਡਿਸਕਸ ਇਨ ਡਿਟੇਲ। ਇੱਥੇ ਸਾਡਾ ਲਿਮਿਟੇਸ਼ਨ ਦਾ ਇੱਕ ਜਨਰਲ ਮੀਨਿੰਗ ਹੈ ਕਿ ਉਹਦੀਆਂ ਕਮੀਆਂ ਕੀ ਨੇ ਐਜੂਕੇਸ਼ਨਲ ਰਿਸਰਚ ਦੀਆਂ। ਸਭ ਤੋਂ ਪਹਿਲਾ ਪੁਆਇੰਟ ਸਬਜੈਕਟਿਵਿਟੀ। ਇਹ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਜਿੰਨੀ ਸਬਜੈਕਟਿਵਿਟੀ ਕਿਸੇ ਰਿਸਰਚ ਵੱਧਦੀ ਜਾਏਗੀ ਓਨਾ ਅਸੀਂ ਉਹਦੀ ਆਬਜੈਕਟਿਵਿਟੀ ਤੋਂ ਦੂਰ ਹੁੰਦੇ ਜਾ ਰਹੇ ਹਾਂ। ਸੋ ਓਨਾ ਹੀ ਉਹਦੀ ਰਿਲਾਇਬਿਲਿਟੀ ਐਂਡ ਵੈਲਿਡਿਟੀ ਤੇ ਉਹਦਾ ਇਫੈਕਟ ਪੈਂਦਾ ਜਾਏਗਾ। ਸੋ ਜਿੰਨੀ ਅਸੀਂ ਸਬਜੈਕਟਿਵਿਟੀ ਘੱਟ ਤੋਂ ਘੱਟ ਰੱਖਾਂਗੇ ਸਾਡੀ ਰਿਸਰਚ ਉਨੀ ਬੈਟਰ ਹੋਏਗੀ। ਦੈਨ ਪ੍ਰੋਬਲਮ ਇਨ ਰੈਪਲੀਕੇਸ਼ਨ। ਆਪਾਂ ਪਹਿਲਾਂ ਪੜ੍ਹ ਕੇ ਆਏ ਸੀ ਕਿ ਜਿਹੜੀ ਰਿਸਰਚ ਹੈ ਐਜੂਕੇਸ਼ਨ ਰਿਸਰਚ, ਅਸੀਂ ਉਹਦੇ ਰਿਜ਼ਲਟ ਨੂੰ ਵੈਰੀਫਾਈ ਕਰ ਸਕਦੇ ਹਾਂ ਕਿ ਉਹਦਾ ਇੱਕ ਜਗ੍ਹਾ ਰਿਜ਼ਲਟ ਆਇਆ ਸੇਮ ਸੈਕੰਡ ਜਗ੍ਹਾ ਆ ਰਹੇ ਨੇ। ਪਰ ਇਹ ਬਹੁਤ ਵਾਰੀ ਹਿਊਮਨ ਬਿਹੇਵੀਅਰ 'ਚ ਜਦੋਂ ਅਸੀਂ ਐਜੂਕੇਸ਼ਨ ਦੇ ਫੀਲਡ 'ਚ ਰਿਸਰਚ ਕਰਦੇ ਹਾਂ ਦੈਨ ਰੈਪਲੀਕੇਸ਼ਨ ਇਜ਼ ਨਾਟ ਸੋ ਸਿੰਪਲ ਐਜ਼ ਰਿਟਨ ਔਰ ਐਜ਼ ਇਨ ਅ ਥਿਓਰੈਟੀਕਲ ਫਾਰਮ। ਸੋ ਪ੍ਰੋਬਲਮ ਆਉਂਦੀ ਹੈ ਰੈਪਲੀਕੇਸ਼ਨ ਕਰਨ ਦੇ ਵਿੱਚ। ਦੈਨ ਇੰਟਰੈਕਸ਼ਨ ਆਫ ਅਬਜ਼ਰਵਰ ਐਂਡ ਸਬਜੈਕਟ। ਇਹ ਵੀ ਇੱਕ ਰਿਸਰਚ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਰਿਜ਼ਲਟ ਨੂੰ ਇਨਫਲੂਐਂਸ ਕਰ ਜਾਂਦੇ ਆ
ਕਿ ਜਿਹੜੇ ਅਬਜ਼ਰਵਰ ਐਂਡ ਸਬਜੈਕਟ ਆ ਉਹਨਾਂ ਦੀ ਆਪਸ ਦੇ ਜਿਹੜੀ ਇੰਟਰੈਕਸ਼ਨ ਹੁੰਦੀ ਆ, ਕਈ ਵਾਰੀ ਉਹ ਇੰਟਰੈਕਸ਼ਨ ਤੁਹਾਡੀ ਰਿਸਰਚ ਰਿਪੋਰਟ ਨੂੰ ਇਫੈਕਟ ਕਰਦੀ ਆ ਜਾਂ ਰਿਸਰਚ ਦੇ ਰਿਜ਼ਲਟਸ ਨੂੰ ਇਫੈਕਟ ਕਰ ਜਾਂਦੀ ਆ। ਦੈਨ ਡਿਫਿਕਲਟੀ ਇਨ ਕੰਟਰੋਲ, ਲੈਬ ਦੇ ਵਿੱਚ ਕੋਈ ਐਕਸਪੈਰੀਮੈਂਟ ਕਰਨਾ, ਸਾਇੰਸ 'ਚ ਕੋਈ ਐਕਸਪੈਰੀਮੈਂਟ ਕਰਨਾ, ਅਸੀਂ ਲੈਬ ਦੀ ਕੰਡੀਸ਼ਨ ਬਣਾ ਸਕਦੇ ਹਾਂ ਕਿ ਇਹ ਐਲੀਮੈਂਟਸ ਨੇ, ਅਸੀਂ 2 ਐਲੀਮੈਂਟ ਦਾ ਇਫੈਕਟ ਤੀਜੇ ਤੇ ਦੇਖਣਾ ਚਾਹੁੰਦੇ ਹਾਂ, ਅਸੀਂ 4th ਨੂੰ ਬਿਲਕੁਲ ਰਿਮੂਵ ਕਰ ਸਕਦੇ ਹਾਂ। ਇਨ ਦਾ ਸੇਮ ਵੇ ਐਗਰੀਕਲਚਰ ਦੇ ਫੀਲਡ ਦੇ ਵਿੱਚ ਤੁਸੀਂ ਦੇਖੋਗੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਜੇ ਕੋਈ ਰਿਸਰਚ ਹੋ ਰਹੀ ਹੈ, ਜੇ ਉਹਨਾਂ ਨੇ ਇੱਕ ਫਰਟੀਲਾਈਜ਼ਰ ਜਾਂ ਇੱਕ ਕੈਮੀਕਲ ਦਾ ਰਿਜ਼ਲਟ ਦੇਖਣਾ ਕਿਸੇ ਕ੍ਰੌਪ ਦੀ ਗਰੋਥ ਦੇ ਉੱਤੇ, ਉਹ ਬਾਕੀ ਸਾਰੀਆਂ ਚੀਜ਼ਾਂ ਨੂੰ ਆਲਮੋਸਟ ਨਿਲ ਕਰ ਸਕਦੇ ਆ, ਸਿਰਫ ਉਸ ਚੀਜ਼ ਦੀ ਚੇਂਜ ਦੇ ਸਕਦੇ ਆ। ਲੇਕਿਨ ਹਿਊਮਨ ਬਿਹੇਵੀਅਰ 'ਚ ਕਰਨਾ ਬਹੁਤ ਡਿਫਿਕਲਟ ਹੈ। ਜਦੋਂ ਅਸੀਂ ਕਲਾਸਰੂਮ 'ਚ ਰਿਸਰਚਸ ਕਰਦੇ ਹਾਂ, ਹਰੇਕ ਬੱਚੇ ਦਾ ਇੱਕ ਗਰੁੱਪ ਹੈ, ਇੱਕ ਉਹਦਾ ਫੈਮਿਲੀ ਜਿਹੜਾ ਹੈਗਾ ਉਹਦਾ ਇਨਵਾਇਰਮੈਂਟ ਹੈ, ਹਰੇਕ ਸਕੂਲ ਦਾ ਇਨਵਾਇਰਮੈਂਟ ਹੈ, ਬੱਚਾ ਕੀ ਦੇਖ ਰਿਹਾ, ਕਿੱਥੋਂ ਦੇਖ ਰਿਹਾ, ਈਚ ਐਂਡ ਐਵਰੀਥਿੰਗ ਨੂੰ ਕੰਟਰੋਲ ਕਰਨਾ ਇਜ਼ ਵੈਰੀ ਡਿਫਿਕਲਟ ਟਾਸਕ। ਵੀ ਟਰਾਈ ਆਰ ਬੈਸਟ ਜਿੰਨਾ ਅਸੀਂ ਕੰਡੀਸ਼ਨਸ ਕੰਟਰੋਲ ਜਾਂ ਮੈਚਿੰਗ ਕਰ ਸਕੀਏ, ਲੇਕਿਨ ਇਟ ਇਜ਼ ਵੈਰੀ ਡਿਫਿਕਲਟ ਟਾਸਕ, ਜਿਹਦੇ ਕਰਕੇ ਕੀ ਹੋ ਜਾਂਦੀ ਹੈ, ਲਿਮਿਟੇਸ਼ਨ ਹੋ ਜਾਂਦੀ ਹੈ ਐਜੂਕੇਸ਼ਨਲ ਰਿਸਰਚ ਦੀ। ਨੈਕਸਟ ਮੈਥਡੋਲੋਜੀਕਲ ਪ੍ਰੋਬਲਮ ਨੇ, ਕਈ ਵਾਰੀ ਟੀਚਰਸ ਜਾਂ ਰਿਸਰਚਰਸ ਨੂੰ ਸਾਇੰਟੀਫਿਕ ਪ੍ਰੋਸੀਜਰ ਬਾਰੇ ਨੌਲੇਜ ਨਹੀਂ ਹੁੰਦੀ ਜਾਂ ਰਿਸਰਚ ਦੀ ਐਕਸਪਰਟਾਈਜ਼ ਨਹੀਂ ਹੁੰਦੀ, ਜਿਹਦੇ ਕਰਕੇ ਕਮੀਆਂ ਆ ਜਾਂਦੀਆਂ ਨੇ, ਉਹਦੇ ਰਿਜ਼ਲਟ ਪ੍ਰੋਪਰਲੀ ਸਾਡੇ ਕੋਲ ਰਿਲਾਇਬਲ ਐਂਡ ਵੈਲਿਡ ਨਹੀਂ ਮਿਲਦੇ। ਦੈਨ ਬਹੁਤ ਸਾਰਾ ਡਾਟਾ ਕਈ ਵਾਰ ਅਸੀਂ ਪਬਲਿਕ ਇੰਸਟੀਟਿਊਸ਼ਨ ਤੋਂ ਇਕੱਠਾ ਕਰਨਾ ਹੁੰਦਾ, ਉਹਨਾਂ ਸਰਕਾਰੀ ਸੰਸਥਾਵਾਂ ਤੋਂ ਡਾਟਾ ਕਲੈਕਟ ਕਰਨ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ, ਪਰਮਿਸ਼ਨਸ ਦੀ ਪ੍ਰੋਬਲਮ ਆਉਂਦੀ ਹੈ, ਸੋ ਦੈਟ ਇਜ਼ ਆਲਸੋ ਵਨ ਲਿਮਿਟੇਸ਼ਨ। ਦੈਨ ਜੇ ਅਸੀਂ ਰਿਸਰਚ ਪ੍ਰੋਬਲਮ ਨੂੰ ਬਹੁਤ ਕੰਪਲੈਕਸ ਲੈ ਲਈਏ, ਕਈ ਵਾਰ ਕੀ ਹੁੰਦਾ, ਰਿਸਰਚਰ ਇੱਕ ਇਨਕਰੇਜਮੈਂਟ ਦੇ ਵਿੱਚ ਉਹ ਇੱਕ ਏਡੀ ਵੱਡੀ ਰਿਸਰਚ ਪ੍ਰੋਬਲਮ ਸਿਲੈਕਟ ਕਰ ਲੈਂਦਾ ਕਿ ਜਿਹਨੂੰ ਹੈਂਡਲ ਕਰਨਾ ਉਹਦੇ ਵਾਸਤੇ ਬਹੁਤ ਮੁਸ਼ਕਿਲ ਹੋ ਜਾਂਦਾ। ਸੋ ਜਦੋਂ ਆਪਾਂ ਰਿਸਰਚ ਪ੍ਰੋਬਲਮ ਵਾਲਾ ਚੈਪਟਰ ਪੜਾਂਗੇ, ਅਸੀਂ ਉਹ 'ਚ ਡਿਸਕਸ ਕਰਾਂਗੇ ਕਿ ਰਿਸਰਚ ਪ੍ਰੋਬਲਮ ਇੱਦਾਂ ਦੀ ਹੋਣੀ ਚਾਹੀਦੀ ਹੈ ਜਿਹੜੀ ਫਿਜ਼ੀਬਲ ਹੋਵੇ, ਤੁਹਾਡੇ ਵਿਦਿਨ ਏਰੀਆ ਹੋਵੇ, ਜਿਹਨੂੰ ਤੁਸੀਂ ਕੰਪਲੀਟ ਕਰਨ ਦੀਆਂ ਕੰਪੀਟੈਂਸੀਜ਼ ਰੱਖਦੇ ਹੋਵੋ। ਜੇ ਕੰਪਲੈਕਸਿਟੀ ਆਫ ਰਿਸਰਚ ਪ੍ਰੋਬਲਮ ਜ਼ਿਆਦਾ ਹੋ ਜਾਵੇ, ਕਈ ਵਾਰੀ ਉਹਦੇ ਨੂੰ ਪ੍ਰੋਪਰਲੀ ਅਸੀਂ ਸਿਸਟਮੈਟਿਕ ਵੇ ਨਾਲ ਉਹਨੂੰ ਆਪਣੇ ਰਿਜ਼ਲਟ ਤੱਕ ਲੈ ਕੇ ਨਹੀਂ ਜਾ ਸਕਦੇ। ਦੈਟ ਇਜ਼ ਆਲਸੋ ਵਨ ਲਿਮਿਟੇਸ਼ਨ ਆਫ ਐਜੂਕੇਸ਼ਨਲ ਰਿਸਰਚ। ਦੂਜੀ ਕੰਪਲੈਕਸਿਟੀ ਇਹ ਵੀ ਹੈ ਕਿ ਜਿਹੜੀਆਂ ਐਜੂਕੇਸ਼ਨਲ ਫੀਲਡ ਦੀਆਂ ਪ੍ਰੋਬਲਮਸ ਹੁੰਦੀਆਂ ਨੇ, ਉਹ ਇੱਕ ਪ੍ਰੋਬਲਮ ਕਈ ਵਾਰ 2-3 ਚੀਜ਼ਾਂ ਨਾਲ ਜੁੜੀ ਹੁੰਦੀ ਆ, ਇਸ ਕਰਕੇ ਕਈ ਵਾਰ ਉਹਨੂੰ ਪਾਰਟੀਕੂਲਰ ਵੇ ਨਾਲ ਆਇਡੈਂਟੀਫਾਈ ਕਰਨਾ ਤੇ ਉਹਦਾ ਸੋਲੂਸ਼ਨ ਲੱਭਣਾ ਇਜ਼ ਅ ਡਿਫਿਕਲਟ ਟਾਸਕ। ਦੈਨ ਆਪਾਂ ਆਲਰੇਡੀ ਬਹੁਤ ਪੁਆਇੰਟ ਡਿਸਕਸ ਕਰ ਲਿਆ ਕਿ ਵੀ ਆਰ ਡੀਲਿੰਗ ਵਿਦ ਦਾ ਹਿਊਮਨ ਬਿਹੇਵੀਅਰ, ਸੋ ਇਟ ਇਜ਼ ਅ most difficult task to control the human behavior or predict the human behavior। ਤੁਸੀਂ ਇੱਕ ਟੈਸਟ ਲਾਇਆ, ਟੈਸਟ ਦੇ ਵਿੱਚ ਜੋ ਤੁਹਾਨੂੰ ਰਿਸਪੌਂਸ ਦਿੱਤੇ, you never know the responses are right or wrong। You cannot put a thermometer in the mouth of a one participant ਤੇ ਅਸੀਂ ਉਹਦੀਆਂ ਵੈਲਿਊਜ਼ ਜੱਜ ਕਰ ਲਈਏ, ਅਸੀਂ ਉਹਦਾ ਐਟੀਟਿਊਡ ਜੱਜ ਕਰ ਲਈਏ ਕਿ ਕਲਾਸਿਸ ਬਾਰੇ ਕੀ ਆ, ਜਾਂ ਟੈਕਨੋਲੋਜੀ ਬਾਰੇ ਕੀ ਆ, ਜਾਂ ਆਨਲਾਈਨ ਲਰਨਿੰਗ ਬਾਰੇ ਕੀ ਆ। ਸੋ ਇਟ ਇਜ਼ ਨਾਟ ਪੋਸੀਬਲ ਕਿ ਅਸੀਂ ਬਾਕੀ ਚੀਜ਼ਾਂ ਵਾਂਗੂ ਇੱਥੇ ਕੰਟਰੋਲ ਕਰ ਸਕੀਏ। ਸੋ ਹਿਊਮਨ ਬਿਹੇਵੀਅਰ ਨਾਲ ਡੀਲ ਕਰਦੇ ਹਾਂ, ਤੇ ਹਿਊਮਨ ਬਿਹੇਵੀਅਰ ਨੂੰ ਅੰਡਰਸਟੈਂਡ ਕਰਨਾ ਇਜ਼ ਅ ਡਿਫਿਕਲਟ ਟਾਸਕ। ਨੈਕਸਟ ਪੁਆਇੰਟ ਇਜ਼ problems related to measurement and assessment। That is also a very key point ਕਿ so many times ਜਿਹੜੇ ਇੰਸਟਰੂਮੈਂਟ ਨਾਲ, ਜਿਹੜੇ ਟੈਸਟ ਨਾਲ, ਜਿਹੜੇ ਅਸੀਂ ਡਾਟਾ ਕਲੈਕਸ਼ਨ ਟੂਲ ਯੂਜ਼ ਕਰਦੇ ਹਾਂ, ਜੇ ਉਹਨਾਂ ਟੂਲਸ ਦੇ ਵਿੱਚ ਕੋਈ ਐਰਰ ਹੋਵੇ ਤਾਂ ਉਹ ਸਾਡੀ ਰਿਸਰਚ ਦੀ ਐਰਰ ਬਣ ਜਾਂਦੀ ਹੈ, ਜਿਹਦੇ ਕਰਕੇ ਰਿਜ਼ਲਟ ਪ੍ਰੋਪਰਲੀ ਸਾਨੂੰ ਨਹੀਂ ਮਿਲਦੇ। ਦੈਨ ਨੋ ਕੋਡ ਆਫ ਕੰਡਕਟ ਫਾਰ ਟੀਚਰਸ, ਇੱਕ ਲਿਮਿਟੇਸ਼ਨ ਹੈ ਕਿ ਸਾਡੇ ਮੋਸਟ ਆਫ ਦਾ ਇੰਸਟੀਟਿਊਸ਼ਨ ਔਰ ਯੂਨੀਵਰਸਿਟੀਜ਼ ਦੇ ਵਿੱਚ ਹੁਣ ਕੁਝ ਕੋਸ਼ਿਸ਼ਾਂ ਸ਼ੁਰੂ ਹੋਈਆਂ ਨੇ, ਲੇਕਿਨ ਪਹਿਲਾਂ ਕੋਡ ਆਫ ਕੰਡਕਟ ਫਾਰ ਰਿਸਰਚਰ ਪ੍ਰੋਪਰਲੀ ਫੋਲੋ ਨਹੀਂ ਹੁੰਦਾ ਸੀ। ਤੁਸੀਂ ਕਿਸ ਤਰੀਕੇ ਨਾਲ ਰਿਸਰਚ ਕੰਡਕਟ ਕਰਨੀ ਆ, ਕੀ ਤੁਹਾਡੀਆਂ ਜ਼ਿੰਮੇਵਾਰੀਆਂ ਨੇ। ਹੁਣ ਜਦੋਂ ਤੋਂ UGC ਨੇ ਥੋੜਾ ਐਕਟਿਵਲੀ ਰੋਲ ਹੋਰ ਪਲੇ ਕੀਤਾ, ਜਦੋਂ ਬਹੁਤ ਸਾਰੀਆਂ ਰਿਪੋਰਟਸ ਆਈਆਂ ਕਿ ਇੰਡੀਅਨ ਰਿਸਰਚ ਦੀ ਕੁਆਲਿਟੀ ਬਹੁਤ ਲੋ ਹੈ, now in last 5 to 7 years some steps are taken and we are very hopeful that in coming years the quality of research will improve in our country too। then ਓਵਰਲੈਪਿੰਗ ਰਿਸਰਚ ਸਟੱਡੀਜ਼ ਦੀ ਪ੍ਰੋਬਲਮ ਹੈ। ਕਈ ਵਾਰ ਮੈਂ ਜਿਵੇਂ ਪਹਿਲਾਂ ਡਿਸਕਸ ਕੀਤਾ ਸੀ, ਅੱਛੀ ਤਰ੍ਹਾਂ ਰਿਵਿਊ ਨਹੀਂ ਕਰਦੇ ਕਿ ਜਿਹੜੀ ਪ੍ਰੋਬਲਮ ਤੇ ਅਸੀਂ ਕੰਮ ਕਰਨ ਲੱਗੇ ਹਾਂ ਉਹ ਪਹਿਲਾਂ ਕਿਸੇ ਨੇ ਕੀਤੀ ਹੋਈ ਹੈ ਜਾਂ ਨਹੀਂ ਕੀਤੀ ਹੋਈ। ਇਨ ਦੈਟ ਕੇਸ ਸਮਟਾਈਮ ਰੈਪੀਟੀਸ਼ਨ ਜਾਂ ਓਵਰਲੈਪਿੰਗ ਸਟੱਡੀਜ਼ ਹੁੰਦੀਆਂ ਰਹਿੰਦੀਆਂ ਨੇ, ਜਿਹਦੇ ਨਾਲ ਐਡਵਾਂਟੇਜ ਘੱਟ ਹੁੰਦੇ ਨੇ, ਲੇਕਿਨ ਜਿਹੜੀ ਵੇਸਟੇਜ ਆਫ ਟਾਈਮ ਐਂਡ ਐਨਰਜੀ ਉਹ ਜ਼ਿਆਦਾ ਹੁੰਦੀ ਰਹਿੰਦੀ ਹੈ। ਨੋ ਟਾਈਮਲੀ ਐਂਡ ਐਡੀਕੁਏਟ ਫੰਡਿੰਗ, ਸਾਡੇ
ਇੰਡੀਅਨ ਕੰਟਰੀ ਦੇ ਵਿੱਚ ਜਦੋਂ ਅਸੀਂ ਡਿਸਕਸ ਕਰਦੇ ਹਾਂ ਕਿ 1964-66 ਦੇ ਵਿੱਚ ਕੋਠਾਰੀ ਕਮਿਸ਼ਨ ਨੇ ਵੀ ਕਿਹਾ ਸੀ 6% ਆਫ ਦਾ GDP ਐਜੂਕੇਸ਼ਨ ਤੇ ਸਪੈਂਡ ਹੋਣਾ ਚਾਹੀਦਾ, ਲੇਕਿਨ ਅੱਜ ਤੱਕ ਉਹ ਰਿਲਾਈਜ਼ ਉਹ ਗੋਲ ਸੀ ਜਿਹੜਾ ਉਹਨੂੰ ਮਟੀਰੀਅਲਾਈਜ਼ ਫਾਰਮ 'ਚ ਅਸੀਂ ਨਹੀਂ ਕਰ ਸਕੇ। ਸੋ ਹੁਣ ਵੀ NEP 2020 6% GDP ਦੀ ਗੱਲ ਕਰ ਰਹੀ ਹੈ, ਲੇਕਿਨ ਅਸੀਂ ਇਹ ਉਮੀਦ ਕਰਦੇ ਹਾਂ ਕਿ ਇਹਨੂੰ ਪ੍ਰੋਪਰਲੀ ਫੋਲੋ ਕੀਤਾ ਜਾਏਗਾ ਤਾਂ ਜੋ ਐਜੂਕੇਸ਼ਨਲ ਰਿਸਰਚ ਕਰਨ ਲਈ ਜੋ ਏਜੰਸੀਜ਼ ਨੇ ਉਹ ਪ੍ਰੋਪਰਲੀ ਫੰਡਿੰਗ ਦੇ ਸਕਣ, ਤਾਂ ਜੋ ਜਿਹੜੇ ਰਿਸਰਚਰ ਨੇ M.Ed ਜਾਂ PhD ਲੈਵਲ ਤੋਂ ਬਾਅਦ ਜੋ ਵਧੀਆ ਰਿਸਰਚ ਕਰਕੇ ਕੋਈ ਕੰਟਰੀਬਿਊਟ ਕਰਨਾ ਚਾਹੁੰਦੇ ਨੇ ਦੇ ਕੈਨ ਗੈਟ ਫਾਈਨੈਂਸ਼ੀਅਲ ਹੈਲਪ ਫॉर ਪਾਰਟਿਕੂਲਰ ਟੌਪਿਕ। ਦੈਨ insufficient interaction between research departments, schools and government departments। ਇੱਕ ਕੋਆਰਡੀਨੇਸ਼ਨ ਦੀ ਪ੍ਰੋਬਲਮ ਹਮੇਸ਼ਾ ਸਾਹਮਣੇ ਆਉਂਦੀ ਰਹਿੰਦੀ ਹੈ ਕਿ ਜਿਹੜੇ ਡਿਪਾਰਟਮੈਂਟ ਰਿਸਰਚ ਕਰਵਾ ਰਹੇ ਨੇ ਉਹਨਾਂ ਦੀ ਸਕੂਲਸ ਨਾਲ ਜਾਂ ਅਦਰ ਗਵਰਨਮੈਂਟ ਡਿਪਾਰਟਮੈਂਟਸ ਨਾਲ ਉਹ ਪ੍ਰੋਪਰ ਕੋਆਰਡੀਨੇਸ਼ਨ ਨਹੀਂ ਹੁੰਦੀ, ਜਿਹਦੇ ਕਰਕੇ ਬਹੁਤ ਸਾਰੀਆਂ ਲਿਮਿਟੇਸ਼ਨਸ ਜਾਂ ਬਹੁਤ ਸਾਰੀਆਂ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨੇ ਐਜੂਕੇਸ਼ਨਲ ਰਿਸਰਚ ਦੇ ਵਿੱਚ। ਇੱਕ ਲਾਸਟ ਪੁਆਇੰਟ, ਓਲਡ ਸਿਸਟਮ ਆਫ ਲਾਇਬ੍ਰੇਰੀ ਮੈਨੇਜਮੈਂਟ ਐਂਡ ਫੰਕਸ਼ਨਿੰਗ। ਇਸ ਪੁਆਇੰਟ ਦੇ ਕੰਟੈਕਸਟ ਦੇ ਵਿੱਚ ਆਪਾਂ ਇਹੀ ਡਿਸਕਸ ਕਰ ਸਕਦੇ ਹਾਂ ਕਿ ਰੀਸੈਂਟਲੀ ਬਹੁਤ ਸਾਰੀਆਂ ਯੂਨੀਵਰਸਿਟੀਜ਼ ਨੇ ਆਪਣੀਆਂ ਲਾਇਬ੍ਰੇਰੀ ਆਨਲਾਈਨ ਕੀਤੀਆਂ ਨੇ। UGC ਨੇ ਸਕੀਮ ਚਲਾਈ ਹੈ ਇਨਫਲਬ ਨੈਟ, ਜਿਹਦੇ ਨਾਲ ਬਹੁਤ ਸਾਰੀਆਂ ਲਾਇਬ੍ਰੇਰੀ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਗ੍ਰੈਸ ਰੂਟ ਲੈਵਲ ਤੇ ਐਟ ਰੂਰਲ ਲੈਵਲ ਤੇ ਜਾਂ ਇਵਨ ਇਨ ਮੈਨੀ ਕਾਲਜਸ ਇਨ ਅਰਬਨ ਏਰੀਆਜ਼ ਸਟਿਲ ਦ ਓਲਡ ਸਿਸਟਮ ਆਫ ਲਾਇਬ੍ਰੇਰੀ ਇਜ਼ ਯੂਜ਼ਡ, ਜਿੱਥੇ ਕਿਸੇ ਵੀ ਲਿਟਰੇਚਰ ਨੂੰ ਰਿਵਿਊ ਕਰਨ ਵਾਸਤੇ, ਉਹਦੇ ਵਰਗੀਆਂ ਰਿਸਰਚਸ ਲੱਭਣ ਵਾਸਤੇ ਜਾਂ ਰਿਸਰਚ ਦੇ ਆਪਣੇ ਹੋਰਾਈਜ਼ਨ ਨੂੰ ਵਾਈਡਨ ਕਰਨ ਵਾਸਤੇ ਅਜੇ ਵੀ ਫੈਸਿਲਿਟੀਜ਼ ਪ੍ਰੋਪਰਲੀ ਅਵੇਲੇਬਲ ਨਹੀਂ ਹੈਗੀਆਂ। ਸੋ ਦਿਸ ਇਜ਼ ਆਲਸੋ ਵਨ ਆਫ ਦ ਲਿਮਿਟੇਸ਼ਨ ਆਫ ਐਜੂਕੇਸ਼ਨਲ ਰਿਸਰਚ। ਸੋ ਵਿਦ ਦਿਸ ਵੀ ਹੈਵ completed the meaning of educational research, then the definition of educational research, then characteristics of educational research. Then next was the process of research through one diagram, and the last two slides about the limitations of educational research. So with this we have completed another topic, that is educational research. So in the next class we will discuss about the types or classification of research. A mediocre teacher explains, a good teacher demonstrates, and a great teacher inspires. A journey which began over 100 years ago. This is the story of Guru Har Gobind Sahib Khalsa College, also known as the Wonder in Rural Hinterland.